ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਹੈ। ਸਵੇਰ ਦੇ ਵੇਲੇ ਬੇਹੱਦ ਧੁੰਦ ਸੀ, ਰਾਤ ਦੇ ਵੇਲੇ ਧੁੰਦ ਘੱਟ ਸੀ ਪਰ ਪਾਲਾ ਵੱਧ ਸੀ। ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਹੈ ਕਿ ਆਉਂਦੇ 72 ਘੰਟੇ ਪੰਜਾਬ ਦਾ ਮੌਸਮ ਸਥਿਰ ਰਹਿਣਾ, ਜਿਹੜੀ ਕਿ ਦਿਨ ਵੇਲੇ ਮੱਠੀ ਮੱਠੀ ਧੁੱਪ ਨਿਕਲਦੀ ਰਹਿਣੀ ਹੈ ਤੇ ਸਵੇਰ ਤੇ ਰਾਤ ਦੇ ਵੇਲੇ ਧੁੰਦ ਪੈਂਦੀ ਰਹਿਣੀ ਹੈ। ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੌਸਮ ਹੈ, ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਦਿੱਲੀ ਦੇ ਵਿੱਚ ਯਾਨੀ ਕਿ ਵੱਖ-ਵੱਖ ਬਾਰਡਰਾਂ ਦੇ ਉੱਤੇ ਜਿੱਥੇ ਕਿ ਕਿਸਾਨ ਤਾਇਨਾਤ ਆ, ਜਿੱਥੇ ਕਿ ਬੈਠੇ ਹੋਏ ਆ ਪਿਛਲੇ ਲਗਭਗ 2 ਮਹੀਨਿਆਂ ਤੋਂ, ਉੱਥੇ ਵੀ ਮੌਸਮ ਉਵੇਂ ਹੀ ਆ। 2 ਦਿਨ ਮੈਂ ਸ਼ਨੀਵਾਰ ਤੇ ਐਤਵਾਰ ਖੁਦ ਰਹਿ ਕੇ ਆਇਆ ਸਿੰਘੂ ਬਾਰਡਰ ਦੇ ਉੱਤੇ। ਮੈਂ ਜੋ ਉੱਥੋਂ ਪ੍ਰਭਾਵ ਲੈ ਕੇ ਆਇਆ ਉਹ ਜ਼ਰੂਰ ਸਾਂਝੇ ਕਰਨੇ ਬਣਦੇ ਕੁਝ ਕੁ ਮਿੰਟਾਂ ਦੇ ਵਿੱਚ, ਕਿਉਂਕਿ ਜਦੋਂ ਅਸੀਂ ਪਹਿਲੀ ਵਾਰ ਗਏ ਸੀ ਉਦੋਂ ਪਹਿਲਾ ਹਫ਼ਤਾ ਸੀਗਾ ਇੱਥੇ ਅੰਦੋਲਨ ਦਾ ਤੇ ਉਸ ਵਕਤ ਜਿੰਨਾ ਇਕੱਠ ਸੀ ਉਹਦੇ ਨਾਲੋਂ ਵਧਿਆ ਹੀ ਆ ਇਕੱਠ, ਹਾਲੇ ਤੱਕ ਘਟਿਆ ਨਹੀਂ। ਲੋਕਾਂ ਦੇ ਵਿੱਚ ਜੋਸ਼ ਠਾਠਾ ਮਾਰ ਰਿਹਾ। ਬੇਸ਼ੱਕ ਇਹ ਲੱਗਦਾ ਸੀ ਪਹਿਲਾਂ ਕਿ ਸਮਾਂ ਪੈਣ ਦੇ ਨਾਲ ਹੌਸਲਾ ਪਸਤ ਨਾ ਹੋ ਜਾਵੇ, ਦਮ ਨਾ ਫੁੱਲ ਜਾਵੇ, ਪਰ ਕਿਸੇ ਵੀ ਕਿਸਾਨ ਨੂੰ, ਕਿਸੇ ਬਜ਼ੁਰਗ ਨੂੰ, ਕਿਸੇ ਬੱਚੇ ਨੂੰ, ਕਿਸੇ ਭੈਣ ਨੂੰ ਇਹ ਗੱਲ ਕਹੀਏ ਕਿ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ, ਜੇਕਰ ਕੇਂਦਰ ਦੀ ਸਰਕਾਰ ਨਹੀਂ ਮੰਗ ਮੰਨਦੀ ਤਾਂ ਸਭਨਾਂ ਦਾ ਇੱਕੋ ਹੀ ਜਵਾਬ ਹੈ, ਇੱਕ ਸੁਰ ਦੇ ਵਿੱਚ ਹੈ ਕਿ ਭਾਵੇਂ 4 ਮਹੀਨੇ ਇੱਥੇ ਹੋਰ ਬਹਿਣਾ ਪੈ ਜੇ ਤੇ ਭਾਵੇਂ 6 ਮਹੀਨੇ ਬਹਿਣਾ ਪੈ ਜੇ, ਅਸੀਂ ਵਾਪਸ ਨਹੀਂ ਜੇ ਜਾਣ ਲੱਗੇ। ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਵੀ ਕੇਂਦਰ ਦੇ ਮੰਤਰੀ ਵਾਰ-ਵਾਰ ਇਹ ਗੱਲ ਕਹਿੰਦੇ, ਖਾਸ ਕਰਕੇ ਨਰਿੰਦਰ ਸਿੰਘ ਤੋਮਰ, ਕਿ ਠੰਡ ਬਹੁਤ ਹੈ, ਲੋਕ ਬਿਮਾਰ ਹੋ ਰਹੇ ਆ, ਬਜ਼ੁਰਗ, ਬੱਚੇ, ਔਰਤਾਂ ਵਾਪਸ ਚਲੇ ਜਾਣ, ਉਹਨਾਂ ਨੂੰ ਘਰ ਚਲੇ ਜਾਣ ਦੀ ਜ਼ਰੂਰਤ ਹੈ। ਪਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ, ਬਜ਼ੁਰਗਾਂ, ਬੱਚਿਆਂ ਦੇ ਵੱਲੋਂ ਤੇ ਔਰਤਾਂ ਦੇ ਵੱਲੋਂ, ਕਿ ਜੇਕਰ ਸਾਡੀ ਸਿਹਤ ਦੀ ਇੰਨੀ ਜ਼ਿਆਦਾ ਫਿਕਰ ਹੈ ਕੇਂਦਰ ਦੇ ਮੰਤਰੀਆਂ ਨੂੰ ਤਾਂ ਫਿਰ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕਰ ਦਿੰਦੇ? ਅਸੀਂ ਚਾਈ ਸਾਰਾ ਟੱਬਰ ਆ ਜਿਹੜਾ ਉਹ ਮੁੜ ਕੇ ਜਾਵਾਂਗੇ। ਅਸੀਂ ਸਾਰੇ ਪੰਜਾਬ ਦੇ ਬਾਕੀ ਵੱਖ-ਵੱਖ ਸੂਬਿਆਂ ਦੇ ਲੋਕ ਆ ਜਿਹੜੇ ਉਹ ਆਪੋ ਆਪਣੇ ਘਰਾਂ ਦੇ ਵੱਲ ਟਰੈਕਟਰ ਟਰਾਲੀਆਂ ਸਿੱਧੀਆਂ ਕਰ ਲਾਂਗੇ। ਪਰ ਇਹ ਸਿਰਫ ਕਹਿੰਦੇ ਆ, ਇਹ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਦੇ ਕੇਂਦਰ ਦੇ ਮੰਤਰੀ, ਮਨ ਦੇ ਵਿੱਚ ਇਹਨਾਂ ਦੇ ਕੋਈ ਹਮਦਰਦੀ ਹੈ ਨਹੀਂ ਗੀ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਲੰਘੇ ਕੱਲ੍ਹ ਨਰਿੰਦਰ ਸਿੰਘ ਤੋਮਰ ਨੇ ਫੇਰ ਇਹ ਗੱਲ ਕਹਿਤੀ ਆ। ਉਹ ਕਹਿੰਦੇ ਜੀ ਕਿ ਖੇਤੀ ਕਾਨੂੰਨ ਤਾਂ ਬਹੁਤ ਵੱਡੇ ਫਾਇਦੇ ਵਾਸਤੇ ਬਣਾਏ ਗਏ ਆ, ਇਹਦੇ ਨਾਲ ਬਹੁਤ ਵੱਡੀ ਗਿਣਤੀ 'ਚ ਲੋਕ ਖੜੇ ਆ। ਕਰੋੜਾਂ ਦੀ ਗਿਣਤੀ ਦੇ ਵਿੱਚ ਇਸ ਵਕਤ ਕਿਸਾਨ ਆ ਜਿਹੜੇ ਉਹ ਖੇਤੀ ਕਾਨੂੰਨ ਦੇ ਪੱਖ ਦੇ ਵਿੱਚ ਆ। ਕੁਝ ਕੁ ਕਿਸਾਨ ਆ ਜਿਹੜੇ ਕਿ ਇਸ ਵਕਤ ਵਿਰੋਧ ਦੇ ਵਿੱਚ ਹੈ। ਉਹਨਾਂ ਦੀਆਂ ਅਸੀਂ ਕੁਝ ਕੁ ਮੰਗਾਂ ਮੰਨ ਲਈਆਂ, ਹੁਣ ਉਹ ਵੀ ਸਾਡੀ ਮੰਨ ਲੈਣ, ਉਹ ਜ਼ਿੱਦ ਛੱਡਣ। ਤੇ ਜਿਹੜੇ ਹੈਗੇ ਆ ਇਸ ਵਕਤ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਆ ਜਿਹੜੇ ਚੌਧਰੀ ਹੋਰੀ, ਉਹਨਾਂ ਦੇ ਵੱਲੋਂ ਵੀ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਜ਼ਿੱਦ ਛੱਡਣ ਦੀ ਲੋੜ ਹੈ। ਇਸ ਵਕਤ ਲਗਾਤਾਰ ਜੋ ਬੈਠੇ ਨੇ ਇਹ ਸੜਕਾਂ ਦੇ ਉੱਤੇ, ਇਹ ਸਾਰਾ ਕੁਝ ਵਾਪਸ ਲੈ ਕੇ ਆਪਣਾ ਅੰਦੋਲਨ ਤੇ ਘਰੋਂ ਘਰੀ ਚਲੇ ਜਾਣਾ ਚਾਹੀਦਾ। ਜਦੋਂ ਮੰਗਾਂ ਮੰਨ ਹੀ ਲਈਆਂ, ਕਹਿਣ ਦਾ ਭਾਵ ਇਹ ਹੈ ਕਿ ਉਹ ਮੰਨਣ ਦੀ ਥਾਂ ਦੇ ਉੱਤੇ ਮਨਵਾਉਣ ਦੀ ਕੋਸ਼ਿਸ਼ ਵੱਧ ਕਰ ਰਹੇ ਆ। ਪਰ ਇਸੇ ਦਰਮਿਆਨ ਪਿਛਲੇ 24 ਘੰਟਿਆਂ ਦੇ ਵਿੱਚ ਜੋ ਖਬਰਾਂ ਆਈਆਂ, ਉਹਨਾਂ ਨੇ ਸਭ ਦਾ ਇੱਕ ਵਾਰ ਤਰਾਹ ਕੱਢ ਕੇ ਰੱਖ ਦਿੱਤਾ ਸੀ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਦੇਸ਼ ਦੁਨੀਆ ਦੇ ਵਿੱਚ ਜਿੱਥੇ ਵੀ ਭਾਰਤੀ ਵਸਦੇ ਆ, ਖੇਤੀਬਾੜੀ ਦੀ ਕਦਰ ਕਰਦੇ ਆ, ਕਿਸਾਨ ਦੀ ਕਦਰ ਕਰਦੇ ਆ। ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਵੀ ਆ ਕਿਤੇ ਕੇਂਦਰ ਦੀ ਸਰਕਾਰ ਜਾਂ ਕੋਈ ਵੀ ਇਹੋ ਜਿਹੇ ਗਲਤ ਅਨਸਰ ਆ ਉਹ ਅੰਦੋਲਨ ਨੂੰ ਤੋੜਨ ਦਾ ਕੰਮ ਨਾ ਕਰ ਜਾਣ। ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਉੱਠਦੀ ਹੈ ਵੀ ਜਿਹੜੇ ਇਹ ਕਿਸਾਨ ਆਗੂ ਆ ਕਿਤੇ ਪਾਟੋ ਧਾੜ ਦੇ ਸ਼ਿਕਾਰ ਨਾ ਹੋ ਜਾਣ। ਵਿੱਚ ਵਿਚਾਲੇ ਖਬਰਾਂ ਆਉਣ ਲੱਗ ਪਈਆਂ ਸੀ ਪਿਛਲੇ 24 ਘੰਟਿਆਂ ਦੇ ਵਿੱਚ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਖਲਾਰਾ ਪੈ ਗਿਆ। ਉਹ ਖਲਾਰਾ ਪੈਣ ਦੀਆਂ ਖਬਰਾਂ ਆਈਆਂ ਸੀ ਗੁਰਨਾਮ ਸਿੰਘ ਚੜੂਨੀ ਦੇ ਕਰਕੇ। ਗੁਰਨਾਮ ਸਿੰਘ ਚੜੂਨੀ ਦਾ ਮਸਲਾ ਹੁਣ ਹੱਲ ਹੋ ਗਿਆ। ਜਦੋਂ ਤੱਕ ਅਸੀਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ, ਇਹ ਮਸਲਾ ਬਿਲਕੁਲ ਹੁਣ ਹੱਲ ਹੋ ਚੁੱਕਿਆ। ਜਿਹੜੀ ਅੱਜ ਕੇਂਦਰ ਦੇ ਮੰਤਰੀਆਂ ਦੇ ਨਾਲ ਫਿਰ ਮੀਟਿੰਗ ਕਰਨੀ ਹੈ ਕਿਸਾਨ ਆਗੂਆਂ ਨੇ, ਜਿਹਦੇ ਵਿੱਚੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੂੰ ਬਾਹਰ ਰੱਖਣ ਦੀ ਗੱਲ ਕਹੀ ਗਈ ਸੀ। ਮਸਲਾ ਹੱਲ ਹੋਣ ਦੇ ਕਰਕੇ ਅੱਜ ਚੜੂਨੀ ਹੋਰੀ ਵੀ ਬਾਕੀ ਕਿਸਾਨ ਨੇਤਾਵਾਂ ਦੇ ਨਾਲ ਕੇਂਦਰ ਦੇ ਮੰਤਰੀਆਂ ਨੂੰ ਮਿਲਣ ਵਾਸਤੇ ਜਾਣਗੇ, ਮੀਟਿੰਗ ਦੇ ਵਿੱਚ ਜਾਣਗੇ। ਇਹ ਵਿਵਾਦ ਕੀ ਸੀ? ਬਹੁ ਗਿਣਤੀ ਸਾਡੇ ਦਰਸ਼ਕਾਂ ਨੂੰ ਸ਼ਾਇਦ ਪਤਾ ਲੱਗ ਗਿਆ ਹੋਵੇ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਇੱਕ ਮੀਟਿੰਗ ਹੋਈ ਰਾਜਨੀਤਿਕ ਲੋਕਾਂ ਦੀ, ਉਹਦੇ ਵਿੱਚ ਗੁਰਨਾਮ ਸਿੰਘ ਚੜੂਨੀ ਹੋਰਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ। ਹਰਿਆਣੇ ਦੇ ਗੁਰਨਾਮ ਸਿੰਘ ਹੋਰੀ ਇਹ ਆਗੂ ਆ, ਕਿਸਾਨ ਆਗੂ। ਉਹਦੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵੀ ਕਈ ਆਗੂ ਸੀ। ਉਹਦੇ ਵਿੱਚ ਪਤਾ ਲੱਗਾ ਜੀ ਕਾਂਗਰਸ ਦੇ ਵੀ ਸੀਗੇ, ਉਹਦੇ ਵਿੱਚ ਡੈਮੋਕ੍ਰੈਟਿਕ ਅਕਾਲੀ ਦਲ ਦੇ ਵੀ ਸੀਗੇ। ਸੋ ਕਹਿਣ ਦਾ ਭਾਵ ਇਹ ਹੈ ਕਿ ਇਸ ਮੀਟਿੰਗ ਤੋਂ ਬਾਅਦ ਵਿਵਾਦ ਪੈਦਾ ਹੋਇਆ। ਸੰਯੁਕਤ ਕਿਸਾਨ ਮੋਰਚੇ ਨੇ ਗੱਲ ਕਹੀ ਵੀ ਚੜੂਨੀ ਹੋਰਾਂ ਨੂੰ ਇੱਦਾਂ ਨਹੀਂ ਸੀ ਜਾਣਾ ਚਾਹੀਦਾ। ਇੱਕ ਹੈਗੇ ਰਾਮ ਪ੍ਰਸਾਦ ਕੱਕਾ, ਉਹ ਹੈਗੇ ਮੱਧ ਪ੍ਰਦੇਸ਼ ਦੇ ਕਿਸਾਨ ਆਗੂ। ਉਹਨਾਂ ਦੇ ਹਵਾਲੇ ਨਾਲ ਇੱਕ ਖਬਰ ਛਪ ਗਈ ਕਿ 10 ਕਰੋੜ ਰੁਪਈਆ ਲਿਆ ਹੈਗਾ ਚੜੂਨੀ ਹੋਰਾਂ ਨੇ। ਬਾਅਦ ਦੇ ਵਿੱਚ ਵਿਵਾਦ ਇਹ ਹੋਰ ਗੂੜਾ ਹੋ ਗਿਆ। ਫਿਰ ਖਬਰ ਆਈ ਜੀ ਕਿ ਚੜੂਨੀ ਹੋਰਾਂ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਫਿਰ ਖਬਰ ਆਈ ਜੀ ਕਿ 4 ਮੈਂਬਰੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਿ 3 ਦਿਨ ਦੇ ਵਿੱਚ ਇਸ ਮਾਮਲੇ ਦੇ ਉੱਤੇ ਪੁੱਛ ਪੜਤਾਲ ਕਰੂਗੀ ਤੇ ਜੇਕਰ ਚੜੂਨੀ ਹੋਰੀ ਦੋਸ਼ ਮੁਕਤ ਪਾਏ ਗਏ ਤਾਂ ਕਮੇਟੀ ਦੇ ਵਿੱਚ ਵਾਪਸ ਲਿਆ ਜਾਊਗਾ। ਪਰ ਐਨ ਮੌਕੇ ਦੇ ਉੱਤੇ ਆ ਕੇ ਯੋਗਿੰਦਰ ਯਾਦਵ ਹੋਰਾਂ ਨੇ, ਡਾਕਟਰ ਦਰਸ਼ਨਪਾਲ ਹੋਰਾਂ ਨੇ, ਕਈ ਹੋਰ ਕਿਸਾਨ ਆਗੂਆਂ
ਨੇ ਮੀਡੀਆ ਦੇ ਮੂਹਰੇ ਆ ਕੇ ਗੱਲ ਕਹੀ ਹੈ ਕਿ ਜੋ ਵੀ ਗੱਲਾਂ ਸੀ ਉਹ ਸਾਰੀਆਂ ਖਤਮ ਹੋ ਗਈਆਂ। ਚੜੂਨੀ ਹੋਰੀ ਕਮੇਟੀ ਦੇ ਵਿੱਚ ਹੈਗੇ ਆ ਤੇ ਰਹਿਣਗੇ। ਉਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੁੜੇ ਵੀ ਸੀਗੇ, ਜੁੜੇ ਵੀ ਹੈਗੇ ਆ ਤੇ ਜੁੜੇ ਰਹਿਣਗੇ ਵੀ। ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਚੱਲਦੇ ਅੰਦੋਲਨ ਦੇ ਵਿੱਚ ਕਈ ਵਾਰ ਕੋਈ ਨਾ ਕੋਈ ਮਿਸਮੈਨੇਜ ਹੁੰਦਾ, ਕਈ ਵਾਰ ਕੋਈ ਨਾ ਕੋਈ ਵਿਵਾਦ ਪੈਦਾ ਹੁੰਦਾ, ਪਰ ਉਹ ਵਿਵਾਦ ਥੋੜ੍ਹਾ ਚਿਰ ਹੁੰਦਾ, ਉਹਨੂੰ ਅਸੀਂ ਇੱਦਾਂ ਨਹੀਂ ਮੰਨਦੇ ਕਿਉਂਕਿ ਬਹੁਤ ਵੱਡੀ ਗੱਲ ਹੋ ਗਈ ਹੈ। ਪਰ ਜਿਹੜੇ ਦੋਸ਼ ਲੱਗੇ ਸੀਗੇ 10 ਕਰੋੜ ਰੁਪਏ ਦੇ ਵਿੱਚ ਵਿਕਣ ਦੇ, ਉਹਦੇ ਮੁਤਲਕ ਪਤਾ ਲੱਗਾ ਜੀ ਕਿ ਹੁਣ ਜਿਹਦੇ ਮੂੰਹ ਦੇ ਵਿੱਚ ਗੱਲ ਪਾਈ ਗਈ ਸੀ ਕੱਕਾ ਹੋਰਾਂ ਦੇ, ਉਹਨਾਂ ਨੇ ਵੀਡੀਓ ਬਣਾ ਕੇ ਕਹਿ ਦਿੱਤਾ ਜੀ ਕਿ ਇਹ ਅਖਬਾਰ ਦੀ ਗਲਤੀ ਆ, ਮੈਂ ਤਾਂ ਇੱਦਾਂ ਦੀ ਗੱਲ ਨਹੀਂ ਕਹੀ। ਹੁਣ ਚੜੂਨੀ ਹੋਰੀ ਕਹਿੰਦੇ ਵੀ ਜੇਕਰ ਅਖਬਾਰ ਦੀ ਗਲਤੀ ਆ ਤਾਂ ਫਿਰ ਕੱਕਾ ਹੋਰੀ ਉਹਦੇ ਉੱਤੇ ਕੇਸ ਕਰਨ ਮਾਣਹਾਨੀ ਦਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਕੁਝ ਕੁ ਮਤਭੇਦ ਸੀਗੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ, ਕਿਉਂਕਿ ਗਾਂਧੀ ਦੀ ਤੇ ਭਗਤ ਸਿੰਘ ਦੀ ਸੋਚ ਦੇ ਵਿੱਚ ਬੜਾ ਵੱਡਾ ਅੰਤਰ ਸੀ। ਪਰ ਮਸਲਾ ਤਾਂ ਦੇਸ਼ ਦੀ ਆਜ਼ਾਦੀ ਸੀ। ਸਾਡੇ ਵੀ ਕਈ ਤਰ੍ਹਾਂ ਦੇ ਵਿਚਾਰਧਾਰਕ ਮਤਭੇਦ ਹੋ ਸਕਦੇ ਆ। ਮੈਂ ਜਿਵੇਂ ਕਿ ਬੈਰੀਕੇਡ ਤੋੜ ਕੇ ਦਿੱਲੀ ਦੇ ਵਿੱਚ ਵੜਨ ਦੇ ਹੱਕ ਦੇ ਵਿੱਚ ਆ, ਪਰ ਜਿਹੜੇ ਬਾਕੀ ਕਿਸਾਨ ਆਗੂ ਉਹ ਕਹਿੰਦੇ ਨਹੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ। ਉਹ ਕਹਿੰਦੇ ਵੀ ਸਾਡੇ ਵਿਚਾਰਧਾਰਕ ਮਤਭੇਦ ਹੋ ਸਕਦੇ ਆ, ਪਰ ਸਾਡਾ ਨਿਸ਼ਾਨਾ ਇੱਕੋ ਆ, ਖੇਤੀ ਕਾਨੂੰਨ ਵਾਪਸ ਲਏ ਜਾਣ ਤੇ ਫਿਰ ਅਸੀਂ ਆਪੋ ਆਪਣੇ ਘਰਾਂ ਦੇ ਵੱਲ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦਿੱਲੀ ਦੀਆਂ ਹੱਦਾਂ ਦੇ ਉੱਤੇ ਕਿਸਾਨ ਅੰਦੋਲਨ ਦਾ ਅੱਜ 55ਵਾਂ ਦਿਨ ਹੈ। ਸਰਕਾਰ ਨਾਲ ਕਿਸਾਨਾਂ ਦੀ ਅਗਲੇ ਦੌਰ ਦੀ ਗੱਲਬਾਤ ਅੱਜ ਹੋਣੀ ਹੈ। ਕਿਸਾਨ ਅੰਦੋਲਨ ਦੇ ਵਿੱਚ ਵਿਰੋਧੀ ਧਿਰ ਦਾ ਸਾਥ ਲੈਣ ਦੇ ਮੁੱਦੇ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਤਰੇੜ ਪੈਂਦੀ ਨਜ਼ਰ ਆ ਰਹੀ ਸੀ। ਇਸ ਵਿਵਾਦ ਦੀ ਸ਼ੁਰੂਆਤ ਹਰਿਆਣਾ ਦੇ ਵੱਡੇ ਕਿਸਾਨ ਨੇਤਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਸ਼ੁਰੂ ਹੋਈ। ਚੜੂਨੀ ਦੇ ਉੱਤੇ ਇਲਜ਼ਾਮ ਲੱਗਾ ਕਿ ਉਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਸਿਆਸੀ ਧਿਰਾਂ ਦਾ ਸਮਰਥਨ ਮੰਗਿਆ, ਜਿਹਦੇ ਤੋਂ ਸੰਯੁਕਤ ਕਿਸਾਨ ਮੋਰਚਾ ਨਾਰਾਜ਼ ਹੋ ਗਿਆ। ਹਾਲਾਂਕਿ ਇਹ ਨਾਰਾਜ਼ਗੀ ਬਾਅਦ ਦੇ ਵਿੱਚ ਖਤਮ ਵੀ ਹੋ ਗਈ। ਚੜੂਨੀ ਦੇ ਇਸ ਵਿਵਾਦ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਨੇ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਜਾਰੀ ਕਰਕੇ ਸਪਸ਼ਟੀਕਰਨ ਦਿੱਤਾ ਹੈ। ਮੋਰਚੇ ਨੇ ਕਿਹਾ ਕਿ ਚੜੂਨੀ ਵੱਲੋਂ ਸੱਦੀ ਸਮੁੱਚੀ ਸਿਆਸੀ ਪਾਰਟੀਆਂ ਦੀ ਬੈਠਕ ਦੇ ਨਾਲ ਮੋਰਚੇ ਦਾ ਕੋਈ ਸੰਬੰਧ ਨਹੀਂ ਹੈ। ਸੰਯੁਕਤ ਕਿਸਾਨ ਮੋਰਚਾ ਸਿਆਸੀ ਧਿਰਾਂ ਨਾਲ ਚੜੂਨੀ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੇ ਉੱਤੇ ਧਿਆਨ ਦੇਣ ਤੋਂ ਬਾਅਦ ਮੋਰਚੇ ਦੀ ਇੱਕ ਮੀਟਿੰਗ ਦੇ ਵਿੱਚ ਵਿਚਾਰ ਮਗਰੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜੋ ਇਸ ਮਸਲੇ ਦੀ ਜਾਂਚ ਕਰੇਗੀ। ਇਹ ਕਮੇਟੀ ਮਾਮਲੇ ਦੀ ਰਿਪੋਰਟ 3 ਦਿਨ ਦੇ ਵਿੱਚ ਦੇਵੇਗੀ। ਹਾਲਾਂਕਿ ਮੋਰਚੇ ਨੇ ਇਹ ਵੀ ਗੱਲ ਕਹੀ ਕਿ ਗੁਰਨਾਮ ਸਿੰਘ ਚੜੂਨੀ ਨੂੰ ਕਿਸਾਨ ਮੋਰਚੇ ਵਿੱਚੋਂ ਬਾਹਰ ਨਹੀਂ ਕੱਢਿਆ ਗਿਆ। ਇਸ ਮਾਮਲੇ ਦੀ ਜਾਂਚ ਪੜਤਾਲ ਵਾਸਤੇ ਇੱਕ ਕਮੇਟੀ ਦਾ ਗਠਨ ਜ਼ਰੂਰ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਗੁਰਨਾਮ ਸਿੰਘ ਚੜੂਨੀ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਕੀਤੀ ਗਈ, ਪਰ ਉਸ ਤੋਂ ਤੁਰੰਤ ਬਾਅਦ ਕੁਝ ਕੁ ਘੰਟਿਆਂ ਮਗਰੋਂ ਕਿਸਾਨਾਂ ਦੇ ਵੱਲੋਂ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ ਕਿਸਾਨ ਆਗੂਆਂ ਦੇ ਵੱਲੋਂ, ਤੇ ਪਹਿਲਾਂ ਲਏ ਗਏ ਫੈਸਲੇ ਦੇ ਉੱਤੇ ਕਾਂਟਾ ਫੇਰ ਕੇ ਤੇ ਚੜੂਨੀ ਨੂੰ ਪੱਕੇ ਤੌਰ ਦੇ ਉੱਤੇ ਨਾਲ ਰੱਖਣ ਦੀ ਗੱਲ ਕਹੀ ਗਈ ਹੈ। ਲੋੜ ਵੀ ਇਸ ਵਕਤ ਇਸ ਗੱਲ ਦੀ ਹੈ ਕਿ ਭਾਵੇਂ ਸਾਡੇ ਵਿਚਾਰਧਾਰਕ ਮਤਭੇਦ 3600 ਤਰ੍ਹਾਂ ਦੇ ਇਸ ਤੋਂ ਪਹਿਲਾਂ ਵੀ ਰਹੇ ਹੋਣ, ਭਾਵੇਂ ਕਿ ਅੱਜ ਵੀ ਹੋਣ, ਕਿਉਂਕਿ ਜੇਕਰ ਆਪਾਂ ਇੱਕ ਘਰ ਦੇ 5 ਜੀ ਹੋ ਗਏ, 10 ਜੀ ਹੋ ਗਏ, 4 ਜੀ ਹੋ ਗਏ, ਸਾਰਿਆਂ ਦੀ ਕਿਸੇ ਵੀ ਮਸਲੇ ਦੇ ਉੱਤੇ ਇੱਕ ਰਾਏ ਨਹੀਂ ਹੁੰਦੀ, ਸਭ ਦੀ ਰਾਏ ਅੱਡੋ ਅੱਡ ਹੁੰਦੀ ਹੈ। ਪਰ ਆਪਣੇ ਘਰ ਨੂੰ ਬਚਾਉਣ ਦੇ ਲਈ, ਆਪਣੇ ਸਾਂਝੇ ਦੁਸ਼ਮਣ ਨੂੰ ਪਛਾਣਨ ਦੇ ਲਈ ਅਸੀਂ ਇੱਕਮਤ ਹੋ ਕੇ ਚੱਲਦੇ ਹਾਂ, ਤੇ ਬਿਲਕੁਲ ਇਹੋ ਜਿਹੀ ਸਥਿਤੀ ਅੱਜ ਬਣੀ ਹੋਈ ਹੈ। ਵਿਚਾਰਧਾਰਕ ਮਤਭੇਦ ਹੋ ਸਕਦਾ 500 ਕਿਸਾਨ ਜਥੇਬੰਦੀਆਂ ਦੇ 2000 ਹੋਣ, ਪਰ ਜਦੋਂ ਹੁਣ ਏਜੰਡਾ ਇੱਕ ਆ, ਉਹ ਹੈਗਾ ਖੇਤੀ ਕਾਨੂੰਨ ਰੱਦ ਕਰਵਾਉਣਾ, ਤਾਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਲੜਾਈ ਨਹੀਂ ਲੜਨੀ ਚਾਹੀਦੀ। ਇਸ ਵਕਤ ਵੱਡੀ ਲੜਾਈ ਦੇ ਨਾਲ ਸਾਡਾ ਮੱਥਾ ਲੱਗਿਆ ਹੋਇਆ। ਕੇਂਦਰ ਦੀ ਸਰਕਾਰ ਦੇ ਵੱਲੋਂ ਤਾਂ ਪਹਿਲਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਇਸ ਅੰਦੋਲਨ ਨੂੰ ਪਾੜ ਦਿੱਤਾ ਜਾਵੇ। ਜੇ ਗੁਰਨਾਮ ਸਿੰਘ ਚੜੂਨੀ ਅੱਡ ਹੁੰਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਹਿਣਾ ਜੀ ਕਿ ਚਲੋ ਜੇ ਤੁਸੀਂ ਐਂ ਚੱਲਦੇ ਆ ਤਾਂ ਫਿਰ ਮੈਂ ਵੀ ਇੱਦਾਂ ਚੱਲ ਕੇ ਦਿਖਾਉਣਾ। ਪਰ ਉਹਨਾਂ ਨੇ ਵੀ ਸਿਆਣਪ ਵਰਤੀ ਆ, ਉਹਨਾਂ ਨੇ ਕਿਹਾ ਜੀ ਕਿ ਮੈਂ ਇਸ ਮਸਲੇ ਦੇ ਉੱਤੇ ਕੁਝ ਨਹੀਂ ਕਹਿਣਾਗਾ। ਜੋ ਕਿਸਾਨ ਆਗੂਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਫੈਸਲਾ ਕੀਤਾ ਗਿਆ, ਮੈਨੂੰ ਉਹ ਸਿਰ ਮੱਥੇ। ਤੇ ਉਹਨਾਂ ਨੇ ਕਿਹਾ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀਆਂ ਮੀਟਿੰਗਾਂ ਹੋਣੀਆਂ, ਮੈਂ ਉਹਦੇ ਵਿੱਚ ਹਿੱਸਾ ਨਹੀਂ ਲਊਂਗਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ ਮੈਂ ਕਿਉਂ ਹਿੱਸਾ ਲਿਆ ਸੀ ਰਾਜਨੀਤਿਕ ਮੀਟਿੰਗ ਦੇ ਵਿੱਚ। ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਮਤ ਇਹ ਹੈ, ਮੇਰਾ ਵਿਚਾਰ ਇਹ ਹੈ ਵੀ ਜੇਕਰ ਅਸੀਂ ਸੱਤਾਧਾਰੀ ਧਿਰ ਦੇ ਉੱਤੇ, ਬੀਜੇਪੀ ਦੇ ਉੱਤੇ ਹੋਰ ਜ਼ਿਆਦਾ ਦਬਾਅ ਬਣਾਉਣਾ, ਤਾਂ ਜਿਹੜੀਆਂ ਉਹਦੀਆਂ ਵਿਰੋਧੀ ਧਿਰਾਂ ਉਹਨਾਂ ਨੂੰ ਅਸੀਂ ਨਾਲ ਲੈ ਕੇ ਚੱਲੀਏ ਤਾਂ ਜੋ ਇਹ ਹੋਰ ਨਪੀੜੀ ਜਾਵੇ, ਸੱਤਾਧਾਰੀ ਧਿਰ ਹੋਰ ਨਪੀੜੀ ਜਾਵੇ। ਪਰ ਜੇਕਰ ਮੇਰੇ ਸਾਥੀ ਬਾਕੀ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਨਹੀਂ ਸਾਥ ਲੈਣਾ ਕਿਸੇ ਦਾ, ਕਿਸੇ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ ਰਾਜਨੀਤਿਕ ਪਾਰਟੀ ਨਾਲ, ਤਾਂ ਆਪਾਂ ਜਿੰਨੀ ਦੇਰ ਤੱਕ ਇਹ ਅੰਦੋਲਨ ਚੱਲਦਾ ਕਿਸੇ ਦੇ ਨਾਲ ਵੀ ਸੰਪਰਕ ਦੇ ਵਿੱਚ ਨਹੀਂ ਰਵਾਂਗੇ। ਸੋ ਇਹ ਗੱਲ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਵੀ ਹੈ, ਕਿਉਂਕਿ ਇਹ ਗੱਲ ਮੰਨਣਯੋਗ ਹੈ ਕਿ ਜੇਕਰ ਇਸ ਅੰਦੋਲਨ ਦੇ ਵਿੱਚ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ ਰਾਜਨੀਤਿਕ ਪਾਰਟੀਆਂ ਦੀ ਐਂਟਰੀ ਹੋਗੀ ਤਾਂ ਉਸ ਤੋਂ ਬਾਅਦ ਨੁਕਸਾਨ ਵੱਧ ਹੋਣਾ ਤੇ ਫਾਇਦਾ ਘੱਟ ਹੋਣ ਦੀ ਸੰਭਾਵਨਾ, ਕਿਉਂਕਿ ਰਾਜਨੀਤਿਕ ਲੋਕਾਂ ਨੇ ਆਪਣੇ ਸਿਆਸੀ ਮਫਾਦ ਦੇ ਲਈ ਬਹੁਤ ਕੁਝ ਕਰਨਾ ਹੁੰਦਾ। ਇਸ ਕਰਕੇ
ਕਿਸਾਨ ਅੰਦੋਲਨ ਦੀ ਖੂਬਸੂਰਤੀ ਇਸ ਗੱਲ ਦੇ ਵਿੱਚ ਹੈ ਕਿ ਰਾਜਨੀਤਿਕ ਲੋਕਾਂ ਨੂੰ ਥੜੇ ਦੇ ਉੱਤੇ ਹਾਲੇ ਤੱਕ ਚੜ੍ਹ ਨਹੀਂ ਦਿੱਤਾ ਗਿਆ। ਸੋ ਜਿਹੜੇ ਦੋਸ਼ ਲੱਗੇ ਚੜੂਨੀ ਹੋਰਾਂ ਦੇ ਉੱਤੇ 10 ਕਰੋੜ ਰੁਪਏ ਨੇ, ਜਿਹੜੇ ਉਹਨਾਂ ਨੇ ਗੱਲ ਕਹੀ ਹੈ ਚੜੂਨੀ ਹੋਰਾਂ ਨੇ ਕਿ ਜਿਹੜੇ ਕੱਕਾ ਹੋਰੀਆਂ ਯਾਨੀ ਕਿ ਰਾਮ ਪ੍ਰਸਾਦ ਕੱਕਾ ਉਹ ਤਾਂ ਖੁਦ RSS ਦੇ ਏਜੰਟ ਆ। ਗੁੱਸੇ ਦੇ ਵਿੱਚ ਗੱਲਾਂ ਇਸ ਹੱਦ ਤੱਕ ਪਹੁੰਚ ਗਈਆਂ ਸੀ ਕਿ ਲੱਗਦਾ ਸੀ ਕਿ ਸੰਯੁਕਤ ਕਿਸਾਨ ਮੋਰਚਾ ਪਾਟੋ ਧੜ ਹੋ ਗਿਆ, ਪਰ ਸ਼ੁਕਰ ਹੈ ਇਸ ਗੱਲ ਦਾ ਕਿ ਬਚਾਅ ਹੋ ਗਿਆ ਤੇ ਭਵਿੱਖ ਦੇ ਵਿੱਚ ਕੋਈ ਵੀ ਇਹੋ ਜਿਹੀ ਟੁੱਚਰ ਡਾਊਨ ਨੂੰ ਆਵੇ, ਭਵਿੱਖ ਦੇ ਵਿੱਚ ਕੋਈ ਵੀ ਤਰੇੜ ਪਾਉਣ ਦੀ ਕੋਸ਼ਿਸ਼ ਕਰੇ, ਉਹਦੇ ਲਈ ਸੁਜੱਗ ਰਹਿਣ ਦੀ ਜ਼ਰੂਰਤ ਆ ਕਿਉਂਕਿ ਏਕੇ ਦੇ ਵਿੱਚ ਬਰਕਤ ਆ। ਹੁਣ ਤੱਕ ਇਹ ਅੰਦੋਲਨ ਇਸ ਕਰਕੇ ਅੱਗੇ ਵਧਿਆ ਵੀ ਏਕਾ ਰਿਹਾ, ਜੇਕਰ ਏਕਾ ਟੁੱਟ ਗਿਆ ਤਾਂ ਸਮਝ ਲਓ ਅੰਦੋਲਨ ਖਤਮ। ਅੱਜ ਫਿਰ ਮੀਟਿੰਗ ਹੈ, ਜਦੋਂ ਮੀਟਿੰਗ ਦੀ ਗੱਲ ਕਰਦੇ ਆ ਉਦੋਂ ਮਨ ਦੇ ਵਿੱਚ 100 ਤਰ੍ਹਾਂ ਦੇ ਸਵਾਲ ਆਉਂਦੇ ਆ ਕਿਉਂਕਿ ਪਹਿਲੀਆਂ ਮੀਟਿੰਗਾਂ ਦੇ ਵਿੱਚ ਕੱਖ ਨਹੀਂ ਨਿਕਲਿਆ। ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਕਿਸਾਨ ਆਗੂਆਂ ਦੀਆਂ ਕੇਂਦਰ ਦੇ ਨਾਲ ਹੋਈਆਂ ਉਹਦੇ ਵਿੱਚ ਕੇਂਦਰ ਦੇ ਮੰਤਰੀ ਇੱਕੋ ਗੱਲ ਕਹੀ ਗਏ ਆ, ਹਮ ਇਹ ਸੋਧ ਕਰ ਦੇਤੇ ਹੈ, ਹਮ ਸੰਸ਼ੋਧਨ ਕਰ ਦੇਤੇ ਹੈ, ਹਮ ਐਸੇ ਕਰ ਦੇਤੇ ਹੈ, ਹਮ ਵੈਸੇ ਕਰ ਦੇਤੇ ਹੈ। ਤੇ ਕਿਸਾਨ ਆਗੂ ਸਿਰਫ ਇੱਕੋ ਗੱਲ ਕਹਿੰਦੇ ਆ ਜੀ ਕਿ ਰੱਦ ਕਰਵਾਉਣ ਆਏ ਆ, ਕੋਈ ਸੋਧਾਂ ਸਾਧਾਂ ਕਰਵਾਉਣ ਨਹੀਂ ਆਏ। ਉਹ ਫਿਰ ਉਹੀ ਗੱਲ ਕਰਦੇ ਆ, ਕਿਸਾਨ ਫਿਰ ਉਹੀ ਗੱਲ ਕਰਦੇ ਆ। ਤੇ ਅੱਜ ਜਿਹੜੀ ਮੀਟਿੰਗ ਆ ਇਹਦੇ ਵਿੱਚ ਕੁਝ ਬਹੁਤਾ ਹੋਣ ਦੀ ਸੰਭਾਵਨਾ ਨਹੀਂ ਆ ਕਿਉਂਕਿ ਕੇਂਦਰ ਦੇ ਮੰਤਰੀਆਂ ਦੇ ਤੌਰ ਤਰੀਕੇ, ਕੇਂਦਰ ਦੇ ਮੰਤਰੀਆਂ ਦੀ ਭਾਸ਼ਾ, ਉਹਨਾਂ ਦੇ ਜਾਰੀ ਕੀਤੇ ਜਾ ਰਹੇ ਬਿਆਨ ਇਹੀ ਗੱਲ ਦੱਸਦੇ ਆ ਕਿ ਉਹ ਵੀ ਟਸ ਤੋਂ ਮਸ ਹਾਲ ਦੀ ਘੜੀ ਹੋਣ ਵਾਲੇ ਨਹੀਂ। ਪਰ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਫਿਰ ਉਹੀ ਗੱਲ ਕਹਿਣੀ ਹੈ ਕਿ ਖੇਤੀ ਕਾਨੂੰਨ ਰੱਦ ਕਰੋ। ਕਈ ਲੋਕਾਂ ਦਾ ਇਹ ਕਹਿਣਾ ਕਿ ਕੇਂਦਰ ਦੇ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਜਾਂਦੇ ਹੀ ਕਿਉਂ ਆ ਕਿਸਾਨ ਆਗੂ, ਪਹਿਲਾਂ ਤਾਂ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਵੀ ਹੁਣ ਅਸੀਂ ਜਾਣਾ ਹੀ ਨਹੀਂ। ਪਰ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਕਿ ਜੇਕਰ ਅਸੀਂ ਮੀਟਿੰਗ ਦੇ ਵਿੱਚ ਨਹੀਂ ਜਾਵਾਂਗੇ ਇਹ ਸਾਨੂੰ ਵੱਧ ਬਦਨਾਮ ਕਰਨਗੇ ਕਿ ਜੀ ਦੇਖੋ ਇਹਨਾਂ ਦੇ ਵਿੱਚ ਆਕੜ ਕਿੰਨੀ ਆ, ਇਹ ਤਾਂ ਜੀ ਮਸਲੇ ਦਾ ਹੱਲ ਹੀ ਨਹੀਂ ਚਾਹੁੰਦੇ, ਇਹ ਤਾਂ ਜੀ ਡਾਇਲੋਗ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ, ਇਸ ਕਰਕੇ ਅਸੀਂ ਜਾਣਦੇ ਆ, ਇਹ ਜਾਣਦੇ ਆ ਕਿ ਮਸਲੇ ਦਾ ਹੱਲ ਅੱਜ ਫੇਰ ਨਹੀਂ ਨਿਕਲਣਾ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਇਸ ਵਕਤ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੂੰ ਦਬਾਉਣ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। NIA ਦੇ ਨੋਟਿਸ ਲਗਾਤਾਰ ਜਾਰੀ ਹੋ ਰਹੇ ਆ। ਮੈਂ ਹੈਰਾਨ ਇਸ ਗੱਲ ਦੇ ਉੱਤੇ ਕਿ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਮਿੰਟੂ ਨੂੰ ਵੀ ਨੋਟਿਸ ਜਾਰੀ ਹੋ ਜਾਂਦਾ। ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਕੰਮ ਕਿਹੋ ਜਿਹਾ, ਜਿਨ੍ਹਾਂ ਲੋਕਾਂ ਦੇ ਕੀੜੇ ਪਏ ਆ ਉਹ ਕੀੜੇ ਕੱਢ ਕੇ ਤੇ ਉੱਥੇ ਰੱਖਦੇ ਆ ਆਸ਼ਰਮ ਦੇ ਵਿੱਚ, ਉਹਨਾਂ ਦੀ ਸੇਵਾ, ਉਹਨਾਂ ਦੀ ਦੇਖਭਾਲ ਉਵੇਂ ਕਰਦੇ ਜਿਵੇਂ ਕਿ ਕੋਈ ਪਰਿਵਾਰ ਦਾ ਜੀਅ ਵੀ ਨਹੀਂ ਕਰਦਾ। ਪਰਿਵਾਰ ਦੇ ਜੀ ਕਿਸੇ ਨੂੰ ਕੱਢ ਦਿੰਦੇ ਆ ਤੇ ਉਹ ਰੱਖ ਲੈਂਦੇ ਆ, ਇੰਨਾ ਵੱਡਾ ਕੰਮ ਆ। ਪਰ ਨੋਟਿਸ ਉੱਥੇ ਵੀ ਆ ਗਿਆ। ਖਾਲਸਾ ਏਡ ਦੇ ਭਾਰਤ ਦੇ ਜਿਹੜੇ ਡਾਇਰੈਕਟਰ ਆ ਅਮਰਪ੍ਰੀਤ ਸਿੰਘ ਨੋਟਿਸ ਉਹਨਾਂ ਨੂੰ ਵੀ ਆ ਗਿਆ। ਲੁਧਿਆਣੇ ਤੋਂ ਕਈ ਟਰਾਂਸਪੋਰਟਰਾਂ ਨੇ ਬੱਸਾਂ ਭੇਜੀਆਂ ਸੀਗੀਆਂ ਮੁਫਤ ਦੇ ਵਿੱਚ ਕਿਸਾਨ ਅੰਦੋਲਨ ਦੇ ਲਈ, ਉਹਨਾਂ ਨੂੰ ਵੀ ਨੋਟਿਸ ਆ ਗਿਆ। ਜਿਨ੍ਹਾਂ ਨੇ ਤੇਲ ਪਵਾਇਆ ਸੀ ਉਹਨਾਂ ਬੱਸਾਂ ਦੇ ਵਿੱਚ ਡੀਜ਼ਲ ਪਵਾਇਆ ਉਹਨਾਂ ਨੂੰ ਵੀ ਨੋਟਿਸ ਆ ਗਿਆ। ਕਈ ਪੱਤਰਕਾਰਾਂ ਨੂੰ ਵੀ ਆ ਗਿਆ, ਕਈ ਹੋਰ ਲੋਕਾਂ ਨੂੰ ਵੀ ਆਇਆ। ਪਰ ਇਸ ਮਾਮਲੇ ਦੇ ਉੱਤੇ ਵੀ ਰਾਜਨੀਤੀ ਚੱਲ ਪਈ ਹੈ। ਸੁਰਜੀਤ ਕੁਮਾਰ ਜਾਨੀ ਜਿਹੜੇ ਕਿ ਪੰਜਾਬ ਦੇ BJP ਆਗੂ ਆ ਉਹ ਕਹਿੰਦੇ ਵੀ NIA ਵਾਲੇ ਵੀ ਤਾਂ ਆਪਣੇ ਭੈਣ ਭਰਾ ਹੀ ਆ, ਜਾਓ ਤੇ ਮਿਲ ਆਓ। ਦੂਜੇ ਪਾਸੇ ਪੰਜਾਬ ਦੇ ਜਿਹੜੇ ਕਿਸਾਨ ਨੇਤਾ ਨੇ ਉਹਨਾਂ ਨੇ ਕਿਹਾ ਜੀ ਕਿ ਜੇਕਰ ਧੱਕੇਸ਼ਾਹੀਆਂ ਹੋਈਆਂ ਤਾਂ ਬਰਦਾਸ਼ਤ ਅਸੀਂ ਇਹ ਵੀ ਨਹੀਂ ਕਰਾਂਗੇ। ਤੇ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਹੋ ਜਿਹੀਆਂ ਏਜੰਸੀਆਂ ਨੂੰ, ਇਹੋ ਜਿਹੇ ਅਦਾਰਿਆਂ ਨੂੰ ਆਪਣੇ ਨਿੱਜੀ ਮੁਫਾਦਾਂ ਲਈ ਕਿਵੇਂ ਵਰਤਿਆ ਜਾ ਰਿਹਾ, ਇੱਕ ਨਿੱਕੀ ਜਿਹੀ ਗੱਲ ਦੇ ਉੱਤੇ ਕਿਵੇਂ ਇਹਨਾਂ ਦੀ ਵਰਤੋਂ ਤੇ ਦੁਰਵਰਤੋਂ ਕੀਤੀ ਜਾ ਰਹੀ ਹੈ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਸੋ ਹੈਰਾਨੀ ਇਸ ਗੱਲ ਦੀ ਹੋਣੀ ਕੁਦਰਤੀ ਹੈ ਕਿਉਂਕਿ ਕੇਂਦਰ ਦੀ ਸਰਕਾਰ ਦੇ ਦਾਅਵੇ ਦੇ ਕਰਕੇ ਇਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਹੜੀਆਂ ਅਚੰਭਿਤ ਕਰਦੀਆਂ। ਇਹ ਸੋਚਦੇ ਆ ਕਿ ਜੇਕਰ ਅਸੀਂ ਇਹਦਾ ਨੋਟਿਸ ਭੇਜਦੇ ਆ ਤਾਂ ਲੋਕਾਂ ਦੇ ਹੌਸਲੇ ਪਸਤ ਹੋਣਗੇ, ਪਰ ਲੋਕਾਂ ਦੇ ਵਿੱਚ ਗੁੱਸੇ ਦਾ ਜਵਾਲਾਮੁਖੀ ਫਟਦਾ। ਲੋਕ ਇਹ ਗੱਲ ਕਹਿੰਦੇ ਕਦੇ ਸਾਨੂੰ ਅੱਤਵਾਦੀ ਕਹਿ ਦਿੰਦੇ ਆ, ਕਦੇ ਖਾਲਿਸਤਾਨੀ ਕਹਿ ਦਿੰਦੇ ਆ, ਕਦੇ ਮਾਓਵਾਦੀ, ਕਦੇ ਨਕਸਲੀ ਕਹਿ ਦਿੰਦੇ ਆ, ਕਦੇ ਕਹਿੰਦੇ ਚੀਨ ਤੋਂ ਪੈਸੇ ਆਉਂਦੇ, ਕਦੇ ਕਹਿੰਦੇ ਨੇ ਪਾਕਿਸਤਾਨ ਤੋਂ ਆਉਂਦੇ ਆ, ਕਦੇ NIA ਦੇ ਨੋਟਿਸ ਆਉਂਦੇ ਆ, ਕਦੇ ਕੋਈ ਹੋਰ ਗੱਲ ਕਹਿ ਦਿੰਦੇ ਹੋ। ਇਹਦੇ ਕਰਕੇ ਇਸ ਅੰਦੋਲਨ ਦੇ ਵਿੱਚ ਇੱਕ ਨਵਾਂ ਜੋਸ਼ ਭਰ ਰਿਹਾ ਕਿ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਇੱਦਾਂ ਹੀ ਡਟੇ ਰਹਿਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ NIA ਦੇ ਨੋਟਿਸ ਆਉਣ ਦੇ ਨਾਲ ਪਤਾ ਲੱਗ ਜਾਂਦਾ ਕਿ ਭਾਰਤ ਦੀ ਸਰਕਾਰ ਦੀ ਨੀਤ ਕਿਹੋ ਜਿਹੀ ਹੈ। ਉਹਨਾਂ ਨੇ ਕਿਹਾ ਕਿ ਅਜਿਹੀਆਂ ਡਰਾਉਣੀਆਂ ਕਾਰਵਾਈਆਂ ਦੇ ਜ਼ਰੀਏ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਦੇ ਉੱਤੇ ਤੁਲੀ ਹੋਈ ਹੈ। ਕੈਪਟਨ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਜੇ ਸਥਿਤੀ ਹੱਥੋਂ ਬਾਹਰ ਨਿਕਲ ਗਈ ਤਾਂ ਇਹਦੇ ਉੱਤੇ ਕਾਬੂ ਪਾਉਣ ਦੇ ਲਈ ਭਾਜਪਾ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਵੀ ਕੁਝ ਨਹੀਂ ਕਰ ਸਕਣਗੇ। ਮੁੱਖ ਮੰਤਰੀ ਨੇ ਕਿਹਾ ਕਿ ਖਤਰਨਾਕ ਖੇਤੀ ਕਾਨੂੰਨਾਂ ਕਰਕੇ ਪੈਦਾ ਹੋਏ ਸੰਕਟ ਨੂੰ ਹੱਲ ਕਰਨ ਦੀ ਥਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੰਦੋਲਨ ਕਿਸਾਨਾਂ ਤੇ ਉਹਨਾਂ ਦੇ ਹਮਾਇਤੀਆਂ ਨੂੰ ਸਤਾਉਣ ਤੇ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਕਦਮ ਨਾਲ ਕਿਸਾਨ ਹੋਰ ਵੀ ਸਖਤ ਰੁਖ ਅਖਤਿਆਰ ਕਰਨ ਲਈ ਮਜਬੂਰ ਹੋਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਜ਼ਾਹਰ ਹੈ ਕਿ ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਨੂੰ ਨਾ ਤਾਂ ਕਿਸਾਨਾਂ ਦੀ ਚਿੰਤਾ ਹੈ ਤੇ ਨਾ ਹੀ ਉਹਨਾਂ ਦੀ ਮਾਨਸਿਕਤਾ ਦੀ ਸਮਝ ਹੈ। ਉਹਨਾਂ ਕਿਹਾ ਪੰਜਾਬੀ ਸੁਭਾਅ ਤੋਂ ਹੀ ਜੁਝਾਰੂ ਹੁੰਦੇ ਨੇ ਤੇ ਉਹਨਾਂ ਦੀ ਜੂਝਣ ਦੀ ਭਾਵਨਾ ਉਹਨਾਂ ਨੂੰ ਦੁਨੀਆ ਦੇ ਵਿੱਚ ਸਰਵੋਤਮ ਯੋਧੇ ਬਣਾਉਂਦੀ ਹੈ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਸਖਤ ਕਦਮਾਂ ਨਾਲ ਪੰਜਾਬ ਦੇ ਕਿਸਾਨ ਇਸ ਦੀ ਨਕਾਰਾਤਮਕ ਪ੍ਰਤੀਕਿਰਿਆ ਜ਼ਰੂਰ ਦੇਣਗੇ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ NIA ਦੇ ਨੋਟਿਸਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੀ ਹੈ। ਇਹ ਚਰਚਾ ਪਿੰਡਾਂ ਦੇ ਧਰਨਿਆਂ ਤੋਂ ਲੈ ਕੇ ਸਿੰਘੂ ਟਿੱਕਰੀ ਗਾਜ਼ੀਪੁਰ ਪਲਵਲ ਬਾਰਡਰ ਤੱਕ ਛਿੜ ਪਈ ਹੈ। ਇਹ ਚਰਚਾ ਜਿਹੜੀ ਉਹ ਅੱਜ ਦੀ ਮੀਟਿੰਗ ਦੇ ਵਿੱਚ ਵੀ ਹੋਣੀ ਹੈ, ਕਿਉਂਕਿ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਕੇਂਦਰ ਦੇ ਤਿੰਨਾਂ ਮੰਤਰੀਆਂ ਮੂਹਰੇ ਜਾਂ ਜੇਕਰ ਦੋ ਆਏ ਤਾਂ ਉਹਨਾਂ ਦੇ ਮੂਹਰੇ ਵੀ ਇਹ ਨੁਕਤਾ ਚੁੱਕਣਾ ਵੀ ਇੱਕ ਪਾਸੇ ਤੁਸੀਂ ਕਹਿੰਦੇ ਜੀ ਕਿ ਆਓ ਗੱਲਬਾਤ ਕਰਦੇ ਹਾਂ, ਮਸਲੇ ਦੇ ਹੱਲ ਵੱਲ ਵਧਦੇ ਹਾਂ, ਦੂਜੇ ਪਾਸੇ ਅੰਦੋਲਨ ਨੂੰ ਖਤਮ ਕਰਨ ਦੇ ਲਈ, ਇਹਨੂੰ ਪਸਤ ਕਰਨ ਦੇ ਲਈ ਹੌਸਲੇ ਨੂੰ ਤੁਸੀਂ ਇਹੋ ਜਿਹੀਆਂ ਕੁਝੀਆਂ ਚਾਲਾਂ ਚੱਲ ਰਹੇ ਆ। ਇਹ ਸਾਰਾ ਕੁਝ ਇੱਕੋ ਦਮ ਨਹੀਂ ਚੱਲਣਾ, ਬਰਾਬਰ ਬਿਲਕੁਲ ਨਹੀਂ ਚੱਲਣਾ। ਇਸ ਕਰਕੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੇਂਦਰ ਦੇ ਮੰਤਰੀਆਂ ਵੱਲੋਂ ਕਿਹਾ ਜਾਂਦਾ ਇਹ ਵਕਤ ਦੱਸੂ, ਪਰ ਆਸ ਇਸ ਗੱਲ ਦੀ ਆ ਉਹ ਕਹਿਣਗੇ ਜੀ ਕਿ ਇਸ ਏਜੰਸੀ ਦਾ ਕੰਮ ਆਜ਼ਾਦ ਆ ਤੇ ਸਾਡਾ ਇਹਦੇ ਵਿੱਚ ਕੋਈ ਦਖਲ ਨਹੀਂ। ਇਹ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਆ। ਉਹਨਾਂ ਨੇ ਇਹ ਗੱਲ ਕਹਿ ਕੇ ਸ਼ਾਇਦ ਅੱਜ ਪੱਲਾ ਝਾੜਦਾ, ਮੈਨੂੰ ਆਸ ਹੈ ਇਸ ਗੱਲ ਦੀ। ਪਰ ਦੂਜੀ ਵੱਡੀ ਗੱਲ ਇਹ ਹੈ ਕਿ ਇਸ ਵਕਤ ਜੋਸ਼ ਲਗਾਤਾਰ ਵੱਧ ਰਿਹਾ। ਜਿਵੇਂ ਜਿਵੇਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿਵੇਂ ਜੋਸ਼ ਉਬਾਲੇ ਮਾਰ ਰਿਹਾ ਤੇ ਜਿਹਨੂੰ ਯਕੀਨ ਨਹੀਂ ਤੇ ਉਹ ਜਾ ਕੇ ਦੇਖ ਸਕਦਾ ਵੀ ਉਬਾਲੇ ਕਿਸ ਕਦਰ ਉੱਥੇ ਵੱਜ ਰਹੇ ਆ, ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਸ਼ਿੱਦਤ ਦੇ ਨਾਲ ਉੱਥੇ ਅੱਗੇ ਤੋਂ ਅੱਗੇ ਵੱਧ ਰਹੇ ਆ। ਉੱਥੇ ਅਸੀਂ ਇੱਕ ਸੱਜਣ ਨੂੰ ਦੇਖਿਆ, ਉਹਦੇ ਦੋਹੇ ਬਾਹਾਂ ਹੈ ਨਹੀਂ ਪਰ ਉਹ ਫਿਰ ਵੀ ਝਾੜੂ ਲਾ ਰਿਹਾ। ਕਿਸੇ ਦੀ ਲੱਤ ਹੈ ਨਹੀਂ, ਨਕਲੀ ਲੱਤ ਲੱਗੀ ਹੋਈ ਆ, ਉਹ ਫਿਰ ਵੀ ਉੱਥੇ ਸੇਵਾ ਦਾ ਕੰਮ ਕਰ ਰਿਹਾ। ਮਤਲਬ ਇਹ ਆ ਕਿ ਉੱਥੇ ਸਿਰ ਤੋਂ ਜਿਹੜੇ ਸੁਲੱਖਣੇ ਬੰਦੇ ਆ ਉਹ ਸਰੀਰਕ ਤੌਰ ਦੇ ਉੱਤੇ ਵੀ ਜੇਕਰ ਅਪਾਹਜ ਹੋਣ ਤਾਂ ਉਹ ਕੋਈ ਘਟਾ ਨਹੀਂ ਸਮਝਦੇ ਆਪਣਾ, ਉਹ ਨਿੱਠ ਕੇ ਆਪਣਾ ਯੋਗਦਾਨ ਪਾ ਰਹੇ ਆ। 80 ਸਾਲ ਦੀ ਬੇਬੇ ਵੀ ਕੰਮ ਕਰ ਰਹੀ ਆ, ਉੱਥੇ 10 ਸਾਲ ਦਾ ਬੱਚਾ ਵੀ ਕੰਮ ਕਰ ਰਿਹਾ, ਉੱਥੇ ਜਵਾਨ ਵੀ ਕੰਮ ਕਰ ਰਿਹਾ। ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਇਹੋ ਜਿਹਾ ਮਾਹੌਲ ਆ ਜਿਹਦੇ ਬਾਬਤ ਮੇਰਾ ਖਿਆਲ ਆ ਵੀ ਕੋਈ ਦੂਰ ਬੈਠੇ ਸ਼ਾਇਦ ਅਸੀਂ ਰਿਪੋਰਟਾਂ ਦੇ ਰਾਹੀਂ ਚਿਤਵ ਸਕਦੇ ਹਾਂ, ਪਰ ਅੱਖੀਂ ਦੇਖਣ ਵਾਲੀ ਗੱਲ ਹੋਰ ਹੈ। ਸੋ ਆਉਂਦੇ ਸਮੇਂ ਦੇ ਵਿੱਚ ਇਹਦਾ ਕੋਈ ਸਕਾਰਾਤਮਕ ਨਤੀਜਾ ਨਿਕਲੇ ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਹਾਲ ਦੀ ਘੜੀ ਜਿਸ ਤਰੀਕੇ ਨਾਲ ਪ੍ਰਚੰਡ ਹੋ ਰਿਹਾ ਅੰਦੋਲਨ, ਉਹਦੀ ਸਿਫਤ ਕਰਨੀ ਬਣਦੀ ਹੈ। ਤੇ 26 ਤਰੀਕ ਦੀ ਗਣਤੰਤਰ ਦਿਵਸ ਦੀ ਪਰੇਡ ਦੇ ਮੱਦੇਨਜ਼ਰ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਤਿਆਰੀਆਂ, ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਤਿਆਰੀਆਂ, ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਆ ਜਿਹੜੇ ਉਹ ਦਿੱਲੀ ਦੇ ਵਿੱਚ ਵੜਨੇ ਆ, ਰਿੰਗ ਰੋਡ ਦੇ ਉੱਤੇ ਘੁੰਮਣੇ ਆ। ਪਰ ਪਿਛਲੇ ਦਿਨੀ ਕਿਸਾਨ ਆਗੂਆਂ ਨੇ ਇਹ ਵੀ ਗੱਲ ਕਹੀ ਹੈ ਵੀ ਇਸ ਟਰੈਕਟਰ ਪਰੇਡ ਦੇ ਵਿੱਚ ਅਸੀਂ ਨਾ ਤਾਂ ਕੋਈ ਸਟੰਟ ਕਰਨਾ, ਨਾ ਅਸੀਂ ਕੋਈ ਹੁੱਲੜਬਾਜ਼ੀ ਕਰਨੀ ਆ, ਨਾ ਅਸੀਂ ਕੋਈ ਚੱਕਵੇਂ ਗੀਤ ਗਾਉਣੇ ਆ, ਨਾ ਅਸੀਂ ਕੋਈ ਡਿੱਕ ਲਾਉਣੇ ਆ। ਅਸੀਂ ਸਿਰਫ ਤੇ ਸਿਰਫ ਸ਼ਾਂਤੀ ਦਾ ਸੁਨੇਹਾ ਦੇਣਾ ਤੇ ਇਹ ਗੱਲ ਦਰਸਾਉਣੀ ਆ ਕਿ ਅਸੀਂ ਦੇਖੋ ਇੰਨੇ ਜ਼ਬਰ ਜ਼ੁਲਮ ਦੇ ਬਾਵਜੂਦ ਸ਼ਾਂਤਮਈ ਵੀ ਆ, ਏਕੇ ਦੇ ਵਿੱਚ ਵੀ ਆ, ਸਮਰੱਥ ਵੀ ਆ, ਇਕੱਠੇ ਆ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਅਸੀਂ ਆ ਕੇ ਦਿੱਲੀ ਨੂੰ ਇਉਂ ਘੇਰਾ ਪਾ ਲੈਂਦੇ ਹਾਂ। ਹੇਮਾ ਮਾਲਿਨੀ ਜੋ ਕਿ ਪੰਜਾਬ ਦੀ ਨੂੰਹ ਰਾਣੀ ਕਹੀ ਜਾਂਦੀ ਹੈ, ਉਹਦੇ ਵੱਲੋਂ ਪਿਛਲੇ ਦਿਨੀ ਇੱਕ ਗੱਲ ਕਹੀ ਗਈ। ਉਹ ਕਹਿੰਦੀ ਜੀ ਕਿ ਕਿਸਾਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਕਿ ਉਹ ਇੱਥੇ ਬੈਠੇ ਕਿਹੜੀ ਗੱਲੋਂ ਆ। ਮੈਂ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ, ਕਦੇ ਕੰਗਣਾ ਰਣੌਤ, ਕਦੇ ਕੋਈ ਤੇ ਕਦੇ ਕੋਈ ਆ ਕੇ ਕਿਸਾਨਾਂ ਨੂੰ ਇੱਕ ਇਹੋ ਜਿਹੀ ਆਰ ਲਾਉਂਦਾ ਜਿਹਦੇ ਕਰਕੇ ਗੁੱਸਾ ਭੜਕ ਜਾਂਦਾ। ਇਹ ਕੁਦਰਤੀ ਆ ਭੜਕਣਾ। ਹੇਮਾ ਮਾਲਿਨੀ ਨੂੰ ਇਸ ਗੱਲ ਦਾ ਭੋਰਾ ਨਹੀਂ ਪਤਾ ਕਿ ਕਣਕ ਕਦੋਂ ਬੀਜੀਦੀ ਹੈ, ਝੋਨਾ ਕਦੋਂ ਲਾਈਦਾ, ਪਾਣੀ ਕਿੰਨੇ ਲੱਗਦੇ ਆ, ਝਾੜ ਕਿੰਨਾ ਹੁੰਦਾ, ਰੇਹ ਸਪਰੇਅ ਕਿੰਨੀ ਕਰੀਦੀ ਆ, ਵੱਟਾਂ ਕਿਵੇਂ ਘੜੀ ਦੀਆਂ, ਕੱਖ ਦੀ ਜਾਣਕਾਰੀ ਨਹੀਂ। ਪਰ ਫਿਰ ਵੀ ਕੋਈ ਨਾ ਕੋਈ ਪੰਗਾ ਸ਼ਬਦਕ ਤੌਰ ਦੇ ਉੱਤੇ ਜ਼ਰੂਰ ਲਿਆ ਜਾਂਦਾ, ਖਾਸ ਕਰਕੇ ਉਹਨਾਂ ਲੋਕਾਂ ਦੇ ਵੱਲੋਂ ਜਿਹੜੇ ਕਿ ਗੈਰ ਖੇਤੀਬਾੜੀ ਵਾਲੇ ਆ, ਜਿਨ੍ਹਾਂ ਨੂੰ ਖੇਤੀਬਾੜੀ ਦੀ ਕੋਈ ਸਮਝ ਨਹੀਂ ਆ। ਪਰ ਪੰਜਾਬ ਦੇ ਗੈਰਤਮੰਦ ਕਿਸਾਨਾਂ ਦੇ ਵੱਲੋਂ ਇੱਕ ਨਵੀਂ ਪੇਸ਼ਕਸ਼ ਕੀਤੀ ਗਈ ਆ ਹੇਮਾ ਮਾਲਿਨੀ ਨੂੰ। ਇਹ ਗੱਲ ਕਹੀ ਗਈ ਹੈ ਜੀ ਕਿ ਸਾਨੂੰ ਸਮਝ ਨਹੀਂ, ਅਸੀਂ ਮੰਨ ਗਏ, ਸਾਨੂੰ ਪਤਾ ਹੀ ਨਹੀਂ ਵੀ ਅਸੀਂ ਇੱਥੇ ਕਿਹੜੀ ਗੱਲੋਂ ਬੈਠੇ ਆ, ਅਸੀਂ ਤਾਂ ਭਾਈ ਅਣਜਾਣ ਆ। ਤੁਸੀਂ ਆਓ ਪੰਜਾਬ ਦੇ ਵਿੱਚ 7 ਦਿਨ ਲਾ ਕੇ ਜਾਓ ਤੇ ਸਾਨੂੰ ਸਮਝਾ ਕੇ ਜਾਓ। ਤੁਸੀਂ ਬਹੁਤ ਸਮਝਦਾਰ ਹੋ, ਤੁਸੀਂ ਬੜੇ ਬੁੱਧੀਮਾਨ ਹੋ, ਤੁਹਾਨੂੰ ਅਸੀਂ ਆਉਣ ਜਾਣ ਦਾ ਜਹਾਜ਼ ਦਾ ਫਸਟ ਕਲਾਸ ਦਾ ਕਿਰਾਇਆ ਵੀ ਦਿੰਦੇ ਆ, ਤੁਹਾਨੂੰ 5 ਸਟਾਰ ਹੋਟਲ ਦਾ ਕਮਰਾ ਵੀ ਬੁੱਕ ਰੱਖ ਦਿੰਦੇ ਆ, ਖਰਚਾ ਸਾਡਾ, ਤੁਸੀਂ ਥੋੜ੍ਹਾ ਜਿਹਾ ਆਪਣਾ ਸਮਾਂ ਦਿਓ, ਸਾਨੂੰ ਸਮਝਾ ਕੇ ਜਾਓ। ਇਹ ਇੱਕ ਇਹੋ ਜਿਹੀ ਤਰੀਕੇ ਦੇ ਨਾਲ ਬੇਇੱਜ਼ਤੀ ਕਰਨ ਵਾਲੀ ਗੱਲ ਹੈ ਜਿਹੜੀ ਕਿ ਮੇਰਾ ਖਿਆਲ ਆ ਵੀ ਸਮਝ ਨਹੀਂ ਆਉਣੀ ਹੇਮਾ ਮਾਲਿਨੀ ਨੂੰ ਵੀ ਹੁਣ ਮੈਂ ਇਹਦੇ ਉੱਤੇ ਕੀ ਉੱਤਰ ਦੇਵਾਂ ਤੇ ਕੀ ਨਾ ਦੇਵਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਸੰਘਰਸ਼ ਕਮੇਟੀ ਨੇ ਭਾਰਤੀ ਜਨਤਾ ਪਾਰਟੀ ਦੀ ਆਗੂ ਹੇਮਾ ਮਾਲਿਨੀ ਨੂੰ 3 ਖੇਤੀ ਕਾਨੂੰਨਾਂ ਦੇ ਲਾਭ ਦੱਸਣ ਦੇ ਲਈ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਇਹਦੇ ਨਾਲ ਹੀ ਕਿਸਾਨ ਸੰਗਠਨ ਨੇ ਮਥੁਰਾ ਦੇ 5 ਤਾਰਾ ਹੋਟਲ ਦੇ ਵਿੱਚ ਰਹਿਣ ਤੇ ਆਉਣ ਜਾਣ ਦਾ ਸਾਰਾ ਖਰਚਾ ਚੁੱਕਣ ਦੀ ਪੇਸ਼ਕਸ਼ ਕੀਤੀ ਹੈ। ਅਦਾਕਾਰ ਤੋਂ ਸਿਆਸਤਦਾਨ ਬਣੀ ਹੇਮਾ ਮਾਲਿਨੀ ਨੇ ਹੁਣੇ ਜੇ ਕਿਹਾ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਕੋਈ ਏਜੰਡਾ ਨਹੀਂ ਹੈ ਤੇ ਉਹਨਾਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਹਿੱਤਾਂ ਦੀ ਸੇਵਾ ਵਾਸਤੇ ਵਰਤਿਆ ਜਾ ਰਿਹਾ। ਹੇਮਾ ਮਾਲਿਨੀ ਦੇ ਇਸ ਬਿਆਨ ਤੋਂ ਬਾਅਦ ਕਿਸਾਨਾਂ ਨੇ ਉਸ ਨੂੰ ਪੱਤਰ ਲਿਖ ਕੇ ਪੰਜਾਬ ਆਉਣ ਤੇ 3 ਖੇਤੀ ਕਾਨੂੰਨਾਂ ਦੀ ਵਿਆਖਿਆ ਕਰਨ ਦੇ ਵਾਸਤੇ ਅਪੀਲ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਹੇਮਾ ਮਾਲਿਨੀ ਨੂੰ ਉੱਤਰ ਦਿੱਤਾ ਗਿਆ, ਅਪੀਲ ਕੀਤੀ ਗਈ ਆ ਕਿ ਆਓ ਖਰਚਾ ਸਾਡਾ ਤੇ ਤੁਸੀਂ ਸਾਨੂੰ ਸਮਝਾ ਕੇ ਜਾਓ, ਇਸ ਤੋਂ ਵੱਡਾ ਜਵਾਬ ਕੋਈ ਹੋਰ ਹੋ ਨਹੀਂ ਸਕਦਾ। ਦੁੱਖ ਹੁੰਦਾ ਇਸ ਗੱਲ ਦਾ ਵੀ ਜਿਹੜੇ ਲੋਕਾਂ ਨੇ ਫਿਲਮਾਂ ਦੇਖ ਕੇ ਇਹਨਾਂ ਲੋਕਾਂ ਨੂੰ ਇੱਥੋਂ ਤੱਕ ਪਹੁੰਚਾਇਆ, ਉਹਨਾਂ ਲੋਕਾਂ ਦੇ ਬਾਰੇ ਕਦੇ ਕੰਗਣਾ ਰਣੌਤ ਆਉਂਦੀ ਹੈ, ਕਦੇ ਪਾਇਲ ਰੋਹਤਗੀ ਆਉਂਦੀ ਹੈ,
ਕਦੇ ਹਿਮ ਮਾਲਿਨੀ ਆਉਂਦੀ ਆ, ਕਦੇ ਪੰਜਾਬ ਦੇ ਬੀਜੇਪੀ ਦੇ ਨੇਤਾ ਆ ਜਾਂਦੇ ਆ, ਕਦੇ ਕੋਈ ਕੇਂਦਰ ਦਾ ਮੰਤਰੀ ਆ। ਇਹੋ ਜਿਹੀ ਛੁਰਲੀ ਛੱਡਦੇ ਆ ਕਿ ਜ਼ਖਮ ਨੂੰ ਉਚੇੜਨ ਦੇ ਵਿੱਚ ਕਸਰ ਕੋਈ ਬਾਕੀ ਨਹੀਂ ਛੱਡਦੇ। ਮੱਲਮ ਤਾਂ ਕੀ ਲਾਉਣੀ ਆ, ਟਿਚਰਾਂ ਉੱਤੋਂ ਕਰਦੇ ਆ, ਜ਼ਖਮ ਉਚੇੜਦੇ, ਜ਼ਖਮ ਨੂੰ ਛਿੱਲਦੇ ਆ। ਇਸ ਕਰਕੇ ਹੀ ਕਿਸਾਨ ਆ ਜਿਹੜੇ ਉਹ ਲਗਾਤਾਰ ਇਸ ਗੱਲ ਦਾ ਅਹਿਦ ਕਰ ਰਹੇ ਆ ਕਿ ਜੇਕਰ ਤੁਸੀਂ ਇੱਦਾਂ ਕਰਦੇ ਹੋ, ਸਾਨੂੰ ਕਲਪਾਉਂਦੇ ਹੋ, ਸਾਨੂੰ ਇਸ ਵਕਤ ਤਰਸਾਉਂਦੇ ਹੋ, ਤਾਂ ਫਿਰ ਅਸੀਂ ਡਟ ਕੇ ਹੋਰ ਵੀ ਤੁਹਾਡਾ ਮੁਕਾਬਲਾ ਕਰਾਂਗੇ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਇਹਨਾਂ ਲੋਕਾਂ ਨੂੰ ਤਹਿਜ਼ੀਬ ਦਾ ਪਾਠ ਪੜਾਉਣ ਵਾਲਾ ਕੋਈ ਹੈ ਕਿਉਂ ਨਹੀਂ। ਅਸੀਂ ਮੰਨਦੇ ਹਾਂ ਕਿ ਰਾਜਨੀਤਿਕ ਪਾਰਟੀਆਂ ਦੇ ਵਿੱਚ ਜਿਹੜਾ ਜਿੱਥੇ ਵੀ ਜੁੜਿਆ ਹੁੰਦਾ ਉਹਦੇ ਨਾਲ ਕਈ ਮਜਬੂਰੀਆਂ ਸ਼ਾਇਦ ਜੁੜੀਆਂ ਹੋਣ, ਪਰ ਇੰਨਾ ਵੀ ਝੋਲੀ ਚੁੱਕ ਨਹੀਂ ਹੋਣਾ ਚਾਹੀਦਾ ਕਿ ਸਹੀ ਨੂੰ ਗਲਤ ਤੇ ਗਲਤ ਨੂੰ ਅਸੀਂ ਸਹੀ ਆਖੀ ਜਾਈਏ। ਸਨੀ ਦਿਓਲ ਦੀ ਗੱਲ ਕਰ ਲੈਂਦੇ ਆ, ਉਹਨੇ ਇੱਕ ਵਾਰ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਭਾਈ ਇਹ ਖੇਤੀ ਕਾਨੂੰਨ ਗਲਤ ਹੈ ਤੇ ਮੈਂ ਪੰਜਾਬ ਦੇ ਉਹਨਾਂ ਕਿਸਾਨਾਂ ਦੇ ਪੱਖ ਦੇ ਵਿੱਚ ਆ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ। ਉਲਟਾ ਇਹੀ ਗੱਲ ਕਹੀ ਜਾਂਦੀ ਹੈ ਜੀ ਕਿ ਅਸੀਂ ਤਾਂ ਬਹੁਤ ਵਧੀਆ ਮਹਿਸੂਸ ਕਰਦੇ ਹਾਂ, ਕਿਸਾਨ ਵੀ ਆਪਣੀ ਥਾਂ ਤੇ ਸਹੀ ਆ ਪਰ ਮੋਦੀ ਸਾਹਿਬ ਵੀ ਆਪਣੀ ਥਾਂ ਦੇ ਉੱਤੇ ਬਾਕਮਾਲ ਆ। ਸੋ ਜਿਹਦਾ ਸਟੈਂਡ ਕੋਈ ਨਹੀਂਗਾ ਉਹ ਫਿਲਮਾਂ ਦੇ ਵਿੱਚ ਜੋ ਮਰਜ਼ੀ ਕਰੀ ਜਾਵੇ, ਨਿੱਜੀ ਜ਼ਿੰਦਗੀ ਦੇ ਵਿੱਚ ਉਹਦਾ ਕਿਹੋ ਜਿਹਾ ਪੱਖ ਆ ਤੇ ਕਿਹੋ ਜਿਹਾ ਕਿਰਦਾਰ ਆ ਹੁਣ ਲੋਕਾਂ ਦੇ ਮੂਹਰੇ ਉਗੜ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।